ਵੈਲਕਮ ਦੋਸਤੋ, ਲਰਨ ਬੈਟਰ ਚੈਨਲ 'ਚ ਤੁਹਾਡਾ ਸਵਾਗਤ ਹੈ। ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਐਜੂਕੇਸ਼ਨਲ ਟੌਪਿਕਸ ਤੇ ਵੀਡੀਓ ਬਣਾਉਣਾ ਹੈ ਤੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਸਕਦੇ ਹੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਅੱਜ ਅਸੀਂ ਗੱਲ ਕਰਾਂਗੇ ਕੰਪੀਟੀਟਿਵ ਐਗਜ਼ਾਮ ਦੇ ਪ੍ਰਸਪੈਕਟਿਵ ਦੇ ਨਾਲ ਜਨਰਲ ਸਟੱਡੀਜ਼ ਜਾਂ ਜਨਰਲ ਨੌਲੇਜ ਦੇ ਟੌਪਿਕ ਕਨਸਟੀਟਿਊਸ਼ਨ ਆਫ ਇੰਡੀਆ ਦੇ ਬਾਰੇ 'ਚ। ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਕਨਸਟੀਟਿਊਸ਼ਨ ਹੈ ਕੀ, ਇੰਡੀਆ ਦਾ ਕਨਸਟੀਟਿਊਸ਼ਨ ਕਿਵੇਂ ਬਣਾਇਆ ਗਿਆ ਤੇ ਇਹਦੇ ਐਸੈਂਸ਼ੀਅਲ ਫੀਚਰਸ ਕੀ ਨੇ, ਪ੍ਰੀਐਮਬਲ ਕੀ ਹੈ, ਫੰਡਾਮੈਂਟਲ ਰਾਈਟਸ ਕੀ ਹੈ, ਫੰਡਾਮੈਂਟਲ ਡਿਊਟੀਜ਼ ਕੀ ਹੈ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕੀ ਹੈ ਤੇ ਉਹਦੇ ਬਾਅਦ ਫੈਡਰਲ ਸਟਰਕਚਰ ਬਾਰੇ ਜਾਣਾਂਗੇ, ਸੈਂਟਰ ਕੀ ਹੈ, ਸਟੇਟ ਕੀ ਹੈ ਤੇ ਉਹਦੇ ਬਾਅਦ ਬੇਸਿਕ ਆਰਗਨਸ ਦੇਖਾਂਗੇ ਕਨਸਟੀਟਿਊਸ਼ਨ ਦੇ, ਐਗਜ਼ੈਕਟਿਵ ਕੀ ਨੇ, ਲੈਜਿਸਲੇਟਿਵ ਕੀ ਹੈ, ਜੁਡੀਸ਼ਰੀ ਕੀ ਹੈ, ਦੈਨ ਫੈਡਰਲ ਸਟਰਕਚਰ ਕਿਵੇਂ ਕੰਮ ਕਰਦਾ ਹੈ, ਸਟੇਟਸ ਦੀਆਂ ਕਿਹੜੀਆਂ ਪਾਵਰਸ ਨੇ, ਸੈਂਟਰ ਦੀਆਂ ਕਿਹੜੀਆਂ ਪਾਵਰਸ ਨੇ, ਕੁਝ ਕਨਸਟੀਟਿਊਸ਼ਨਲ ਬਾਡੀਜ਼ ਬਾਰੇ ਦੇਖਾਂਗੇ ਤੇ ਲਾਸਟ ਵਿੱਚ ਦੇਖਾਂਗੇ ਕਿ ਇੰਡੀਆ ਦੇ ਵਿੱਚ ਸੈਂਟਰ ਤੇ ਸਟੇਟ ਦਾ ਰਿਲੇਸ਼ਨ ਕਿਵੇਂ ਦਾ ਹੁੰਦਾ ਹੈ। ਸੋ ਇੰਡੀਆ ਜਿਹੜਾ ਹੈ ਇੱਕ ਰਿਪਬਲਿਕ ਕੰਟਰੀ ਹੈ। ਰਿਪਬਲਿਕ ਕੰਟਰੀ ਦਾ ਮਤਲਬ ਹੁੰਦਾ ਹੈ ਕਿ ਜਿੱਥੋਂ ਦੀ ਗਵਰਨਮੈਂਟ ਜਿਹੜੀ ਆ ਉਹ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਕਰੇ। ਸੋ ਇਹਦੇ ਜਿਹੜੇ ਟ੍ਰੇਲਸ ਨੇ ਉਹ ਹਿਸਟਰੀ ਦੇ ਵਿੱਚੋਂ ਹੀ ਮਿਲਦੇ ਨੇ। 600 BC ਤੋਂ ਪਹਿਲਾਂ ਦੇ ਜਿਹੜੇ ਰਿਪਬਲਿਕਸ ਨੇ ਉਹ ਇੰਡੀਆ ਦੇ ਵਿੱਚ ਮੌਜੂਦ ਸੀ। ਸੋ ਟਾਈਮਲਾਈਨ ਵੱਲ ਜੇ ਦੇਖੀਏ ਤਾਂ 600 BC ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਰਿਪਬਲਿਕ ਸਟੇਟਸ ਮੌਜੂਦ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਟੇਟਸ ਨੂੰ ਬਾਅਦ ਵਿੱਚ ਚੰਦਰਗੁਪਤ ਮੌਰਿਆ ਨੇ ਜਿੱਤ ਕੇ ਉਹਨਾਂ ਨੂੰ ਯੂਨਾਈਟ ਕੀਤਾ ਤੇ ਯੂਨਿਟੀ ਆਫ ਇੰਡੀਆ ਜਿਹੜੀ ਆ, ਪੋਲੀਟੀਕਲ ਯੂਨਿਟੀ ਜਿਹੜੀ ਆ ਉਹ ਹੋਂਦ ਦੇ ਵਿੱਚ ਆਈ ਸੀ। ਜੇਕਰ ਅਸੀਂ ਮਾਡਰਨ ਹਿਸਟਰੀ ਵੱਲ ਝਾਤ ਮਾਰੀਏ ਤਾਂ ਇੰਡੀਆ ਦੀ ਇੰਡੀਪੈਂਡੈਂਸ ਤੋਂ ਪਹਿਲਾਂ, ਜਦੋਂ ਕਿ ਇੰਡੀਆ ਜਿਹੜਾ ਆ ਬੀਇੰਗ ਏ ਕੰਟਰੀ ਨਹੀਂ ਸੀ ਐਸਟੈਬਲਿਸ਼ ਹੋਇਆ, ਸੋ ਉਸ ਤੋਂ ਪਹਿਲਾਂ ਵੀ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਪ੍ਰਿੰਸਲੀ ਸਟੇਟ ਸੀ ਜਿਨ੍ਹਾਂ ਦੇ ਵਿੱਚ ਰਾਜੇ ਹੁੰਦੇ ਸੀ ਤੇ ਉਹ ਆਪਣੇ ਏਰੀਆ ਨੂੰ ਮੈਨੇਜ ਕਰਦੇ ਸੀ। ਜੇ ਅਸੀਂ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਇਦਾਂ ਦੀਆਂ ਪ੍ਰਿੰਸਲੀ ਸਟੇਟ ਸੀ, ਜਿਵੇਂ ਪਟਿਆਲਾ, ਨਾਭਾ, ਕਪੂਰਥਲਾ ਆ। ਸੋ ਇਦਾਂ ਦੀਆਂ ਜਿੰਨੀਆਂ ਵੀ ਪ੍ਰਿੰਸਲੀ ਸਟੇਟ ਸੀ ਜਿਨ੍ਹਾਂ ਦੇ ਵਿੱਚ ਰਾਜੇ ਜਾਂ ਪ੍ਰਿੰਸ ਸੀ, ਸੋ ਉਹਨਾਂ ਸਾਰੀਆਂ ਨੂੰ ਮਿਲਾ ਕੇ ਇੰਡੀਆ ਇੱਕ ਕੰਟਰੀ ਬਣਾਇਆ ਗਿਆ। ਸੋ ਇੰਡੀਆ ਨੂੰ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਯੂਨਿਟੀ ਇਨ ਡਾਇਵਰਸਿਟੀ ਆ, ਕਿ ਬਹੁਤ ਡਾਇਵਰਸ ਸਟੇਟ ਸੀ ਜਿਨ੍ਹਾਂ ਨੂੰ ਯੂਨਾਈਟ ਕਰਕੇ ਇੱਕ ਇੰਡੀਆ ਬਣਾਇਆ ਗਿਆ ਆ। ਜੇਕਰ ਗਵਰਨੈਂਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਤਿੰਨ ਜਿਹੜੀਆਂ ਮੇਜਰ ਟਾਈਪਸ ਨੇ ਉਹ ਗਵਰਨੈਂਸ ਦੀਆਂ ਨੇ। ਇੱਕ ਹੈ ਡੈਮੋਕ੍ਰੇਸੀ, ਸੈਕੰਡ ਐਰਿਸਟੋਕ੍ਰੇਸੀ, ਥਰਡ ਹੈ ਮਿਕਸਡ ਨੇਚਰ। ਸੋ ਪਹਿਲੀ ਹੈ ਡੈਮੋਕ੍ਰੇਸੀ, ਜਿਹਨੂੰ ਕਿ ਐਂਸ਼ੀਅੰਟ ਟਾਈਮ ਦੇ ਵਿੱਚ ਕਹਿੰਦੇ ਸੀ ਪਿਓਰ ਜਨਾ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਟੋਟਲ ਪੋਪੂਲੇਸ਼ਨ ਹੈ, ਅਡਲਟ ਪੋਪੂਲੇਸ਼ਨ, ਉਹ ਪਾਰਟਿਸਿਪੇਟ ਕਰਦੀ ਸੀ ਐਡਮਿਨਿਸਟ੍ਰੇਸ਼ਨ ਦੇ ਕੰਮ ਦੇ ਵਿੱਚ। ਬਟ ਇਹ ਪਿਓਰ ਡੈਮੋਕ੍ਰੇਸੀ ਉੱਥੇ ਹੀ ਚੱਲ ਸਕਦੀ ਹੈ ਜਿੱਥੇ ਪੋਪੂਲੇਸ਼ਨ ਬਹੁਤ ਘੱਟ ਹੈ, ਜਿੱਥੋਂ ਦੇ ਅਡਲਟ ਜਿਹੜੇ ਨੇ, ਸਾਰੇ ਅਡਲਟ ਜਿਹੜੇ ਨੇ ਉਹ ਪਾਰਟਿਸਿਪੇਟ ਕਰ ਸਕਦੇ ਨੇ ਐਡਮਿਨਿਸਟ੍ਰੇਸ਼ਨ ਦੇ ਕੰਮ ਦੇ ਵਿੱਚ। ਬਟ ਜਿਵੇਂ ਹੁਣ ਇੰਡੀਆ ਦੀ ਪੋਪੂਲੇਸ਼ਨ 125-30 ਕਰੋੜ ਤੋਂ ਉੱਪਰ ਆ, ਸੋ ਡਾਇਰੈਕਟ ਪਾਰਟਿਸਿਪੇਸ਼ਨ ਜੇ ਕਹੀਏ ਕਿ ਅਡਲਟ ਪੋਪੂਲੇਸ਼ਨ ਡਾਇਰੈਕਟ ਪਾਰਟਿਸਿਪੇਟ ਕਰੇ ਐਡਮਿਨਿਸਟ੍ਰੇਸ਼ਨ ਦੇ ਕੰਮ ਦੇ ਵਿੱਚ ਤਾਂ ਉਹ ਪੋਸੀਬਲ ਹੀ ਨਹੀਂ ਹੈ। ਸੋ ਸੈਕੰਡ ਟਾਈਪ ਹੈ ਅਰਿਸਟੋਕ੍ਰੇਸੀ। ਇਹਦੇ ਵਿੱਚ ਹੁੰਦਾ ਹੈ ਰਾਜਾ ਜਾਂ ਮਹਾਰਾਜਾ ਹੁੰਦਾ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਚਲਾਉਂਦਾ ਆ। ਸੋ ਇਹਦੇ ਵਿੱਚ ਰਾਜਾ ਜਾਂ ਮਹਾਰਾਜਾ ਜੋ ਵੀ ਹੁੰਦਾ ਆ, ਉਹਦੀ ਅੱਗੇ ਜਿਹੜੀ ਔਲਾਦ ਹੋਏਗੀ ਉਹਨੂੰ ਹੀ ਅੱਗੇ ਰਾਜਾ ਬਣਾਇਆ ਜਾਂਦਾ ਆ। ਸੋ ਇਹ ਜਿਹੜੀ ਟਾਈਪ ਹੈ ਗਵਰਨੈਂਸ ਦੀ, ਇਹਨੂੰ ਕਹਿੰਦੇ ਆ ਅਰਿਸਟੋਕ੍ਰੇਸੀ। ਸੋ ਥਰਡ ਟਾਈਪ ਹੈ ਮਿਕਸਚਰ। ਇਹਦੇ ਵਿੱਚ ਡੈਮੋਕ੍ਰੇਸੀ ਤੇ ਅਰਿਸਟੋਕ੍ਰੇਸੀ ਦਾ ਮਿਕਸਚਰ ਹੁੰਦਾ ਆ। ਇਹਦੇ ਵਿੱਚ ਇੱਕ ਰਾਜਾ ਟੌਪ ਮੋਸਟ ਹੁੰਦਾ ਹੈ, ਉਹਦੇ ਅੰਡਰ ਜਿਹੜੇ ਆ ਕੁਝ ਲੋਕਾਂ ਚੋਂ ਚੁਣੇ ਗਏ ਮੰਤਰੀ ਹੋ ਸਕਦੇ ਨੇ, ਸੈਨਾਪਤੀ ਹੋ ਸਕਦੇ ਨੇ ਜਿਹੜੇ ਅੱਗੇ ਕੰਮ ਕਰਨਗੇ। ਸੋ ਇਹ ਤਿੰਨ ਬੇਸਿਕ ਫਾਰਮਸ ਨੇ ਗਵਰਨੈਂਸ ਦੀਆਂ, ਡੈਮੋਕ੍ਰੇਸੀ, ਅਰਿਸਟੋਕ੍ਰੇਸੀ ਤੇ ਮਿਕਸਚਰ ਆਫ ਬੋਥ। ਸੋ ਇਹਨਾਂ ਦੇ ਵਿੱਚ ਵੀ ਅੱਗੇ ਡਿਵੀਜ਼ਨਸ ਹੋ ਸਕਦੀਆਂ ਨੇ, ਯੂਨਿਟਰੀ ਤੇ ਫੈਡਰਲ। ਯੂਨਿਟਰੀ ਦੇ ਵਿੱਚ ਇਹ ਹੁੰਦਾ ਹੈ ਕਿ ਜਿੱਥੇ ਡਿਸੀਜਨ ਜਿਹੜਾ ਆ ਉਹ ਇੱਕ ਹੀ ਜਗ੍ਹਾ ਤੇ ਲਿਆ ਜਾਣਾ ਆ, ਪੂਰੀ ਕੰਟਰੀ ਵਾਸਤੇ ਜਾਂ ਪੂਰੀਆਂ ਸਟੇਟਸ ਵਾਸਤੇ ਜਿਹੜਾ ਡਿਸੀਜਨ ਹੈ ਉਹ ਇੱਕ ਹੀ ਜਗ੍ਹਾ ਤੇ ਲਿਆ ਜਾਣਾ, ਉਹਨੂੰ ਕਹਿੰਦੇ ਆ ਯੂਨਿਟਰੀ। ਉਹਦੇ ਵਿੱਚ ਕੋਈ ਡਿਵੀਜ਼ਨ ਆਫ ਪਾਵਰ ਨਹੀਂ ਹੈ। ਸੋ ਸੈਕੰਡ ਹੈ ਫੈਡਰਲ, ਜਿਹਦੇ ਵਿੱਚ ਪਾਵਰ ਜਿਹੜੀਆਂ ਨੇ ਉਹ ਡਿਵਾਈਡ ਕਰਕੇ ਦਿੱਤੀਆਂ ਹੁੰਦੀਆਂ ਨੇ ਕਿ ਕਿਹੜਾ ਮੈਟਰ ਹੈ ਉਹਦੇ ਉੱਪਰ ਕਿਹੜਾ ਡਿਸੀਜਨ ਕਿੰਨੇ ਲੈਣਾ ਆ। ਸੋ ਇਹ ਦੋ ਅੱਗੇ ਸਬ ਟਾਈਪਸ ਨੇ, ਯੂਨਿਟਰੀ ਐਂਡ ਫੈਡਰਲ। ਸੋ ਜੇਕਰ ਰਿਪਬਲਿਕ ਸਟੇਟ ਦੇ ਵਿੱਚ ਐਗਜ਼ੈਕਟਿਵ ਸਟਰਕਚਰ ਦੀ ਗੱਲ ਕਰੀਏ ਤਾਂ ਸਭ ਤੋਂ ਥੱਲੇ ਹੁੰਦੇ ਨੇ ਇਹਦੇ ਵਿੱਚ ਲੋਕ, ਜਿਹਨੂੰ ਅਸੀਂ ਗਣਾ ਕਹਿੰਦੇ ਆ। ਸੋ ਜਿਹੜੇ ਪੋਪੂਲੇਸ਼ਨ ਹੈ ਉਹ ਆਪਣੇ ਵਿੱਚੋਂ ਚੁਣ ਕੇ ਕੁਝ ਇਲੈਕਟਿਡ ਮੈਂਬਰ ਜਿਹੜੇ ਨੇ ਉਹ ਅਸੈਂਬਲੀ ਦੇ ਵਿੱਚ ਭੇਜਦੀ ਆ। ਸੋ ਇੱਕ ਅਸੈਂਬਲੀ ਬਣਦੀ ਆ, ਦੈਨ ਅਸੈਂਬਲੀ ਦੇ ਵਿੱਚ ਅੱਗੇ ਇਲੈਕਸ਼ਨ ਹੁੰਦੀ ਹੈ ਤੇ ਉਹਨਾਂ ਦੇ ਵਿੱਚੋਂ ਆਪਣਾ ਇੱਕ ਲੀਡਰ ਚੁਣਿਆ ਜਾਂਦਾ। ਸੋ ਜਿਹਨੂੰ ਕਹਿੰਦੇ ਸੀ ਰਾਜਨਾ। ਸੋ ਰਾਜਨਾ ਜਿਹੜਾ ਆ ਉਹ ਹੁੰਦਾ ਸੀ ਕਮਾਂਡਰ ਇਨ ਚੀਫ ਆਫ ਫੋਰਸਿਸ ਤੇ ਟ੍ਰੈਜਰਰ ਦਾ। ਸੋ ਸਭ ਤੋਂ ਉੱਪਰ ਆਉਂਦਾ ਸੀ ਰਾਜਾ, ਜਿਹੜਾ ਇਲੈਕਟਿਡ ਵੀ ਹੋ ਸਕਦਾ ਹੈ ਜਾਂ ਜਿਹੜਾ ਹੈਰੀਡਿਟਰੀ ਵੀ ਹੋ ਸਕਦਾ ਹੈ ਕਿਸੇ ਰਾਜੇ ਦਾ ਅੱਗੇ। ਸੋ ਜਿਹੜਾ ਰਾਜੇ ਦਾ ਅੱਗੇ ਬੇਟਾ ਹੈ ਉਹਨੂੰ ਵੀ ਰਾਜਾ ਬਣਾਇਆ ਜਾ ਸਕਦਾ ਹੈ। ਸੋ ਇਹ ਇੱਕ ਰਿਪਬਲਿਕ ਦੇ ਵਿੱਚ ਗਵਰਨੈਂਸ ਦਾ ਸਟਰਕਚਰ ਸੀ। ਜੇ ਇਹਨੂੰ ਅਸੀਂ ਅੱਜ ਦੇ ਸਟਰਕਚਰ ਦੇ ਨਾਲ ਦੇਖੀਏ ਤਾਂ ਸਾਡੇ ਕੋਲ ਸਭ ਤੋਂ ਥੱਲੇ ਆਉਂਦੇ ਨੇ ਲੋਕ, ਜਿਹੜੇ ਕਿ ਵੋਟ ਕਰਦੇ ਨੇ। ਵੋਟ ਕਰਕੇ ਅੱਗੇ ਐਮਐਲਏਜ਼ ਜਾਂ ਐਮਐਲਸੀਜ਼ ਅੱਗੇ ਸਿਲੈਕਟ ਕਰਦੇ ਨੇ। ਜਿਵੇਂ ਪੰਜਾਬ ਦੀ ਗੱਲ ਕਰੀਏ ਤਾਂ ਐਮਐਲਏਜ਼ ਚੁਣੇ ਜਾਂਦੇ ਨੇ। ਐਮਐਲਏਜ਼ ਅੱਗੇ ਜਾ ਕੇ ਆਪਣੀ ਅਸੈਂਬਲੀ ਦੇ ਵਿੱਚ ਜਿਹੜੇ ਆ ਉਹ ਲੀਡਰ ਚੁਣਦੇ ਨੇ, ਜਿਹਨੂੰ ਅਸੀਂ ਸੀਐਮ ਕਹਿੰਦੇ ਆ। ਸੋ ਅੱਜ ਦੀ ਗਵਰਨਮੈਂਟ ਦੇ ਵਿੱਚ ਸੀਐਮ ਦੇ ਉੱਪਰ ਵੀ ਇੱਕ ਗਵਰਨਰ ਹੁੰਦਾ ਆ, ਜਿਹਨੂੰ ਕਿ ਨੋਮੀਨੇਟ ਕੀਤਾ ਜਾਂਦਾ ਹੈ ਸੈਂਟਰ ਗਵਰਨਮੈਂਟ ਵੱਲੋਂ। ਸੋ ਜਿਹੜਾ ਗਵਰਨਰ ਆ ਉਹ ਇਲੈਕਟਿਡ ਨਹੀਂ ਹੁੰਦਾ।
ਸੋ ਜੇ ਅਸੀਂ ਕੰਪੇਅਰ ਕਰੀਏ ਐਂਸ਼ੀਅੰਟ ਟਾਈਮ ਦੇ ਨਾਲ ਤੇ ਅੱਜ ਦੀ ਜਿਹੜੀ ਸਾਡੀ ਸਰਕਾਰ ਆ ਉਹ ਵੀ ਐਂਸ਼ੀਅੰਟ ਟਾਈਮ ਦੇ ਵਰਗੀ ਲੱਗਦੀ ਹੈ। ਹੁਣ ਜੇ ਅਸੀਂ ਇਹ ਦੇਖੀਏ ਕਿ ਗਵਰਨਮੈਂਟ ਚਲਾਉਣ ਵਾਸਤੇ ਐਂਸ਼ੀਅੰਟ ਟਾਈਮ ਦੇ ਵਿੱਚ ਕਿਹੜੇ ਪ੍ਰੋਸੀਜਰ ਸੀ, ਤਾਂ ਇਹ ਸਾਡੇ ਅੱਜ ਦੇ ਕਨਸਟੀਟਿਊਸ਼ਨ ਦੇ ਬੇਸ ਨੇ। ਸੋ ਇਹਨਾਂ ਨੂੰ ਜੇ ਅਸੀਂ ਧਿਆਨ ਨਾਲ ਦੇਖਾਂਗੇ ਤਾਂ ਸਾਨੂੰ ਸਮਝ ਆਏਗੀ ਕਿ ਕਿਉਂ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਦੀ ਲੋੜ ਪਈ। ਸੋ ਕਿਉਂ ਇੱਕ ਦੇਸ਼ ਚਲਾਉਣ ਵਾਸਤੇ, ਗਵਰਨਮੈਂਟ ਚਲਾਉਣ ਵਾਸਤੇ ਸਾਨੂੰ ਇੱਕ ਸੰਵਿਧਾਨ ਦੀ ਲੋੜ ਹੁੰਦੀ ਹੈ, ਕਨਸਟੀਟਿਊਸ਼ਨ ਦੀ ਲੋੜ ਹੁੰਦੀ ਹੈ। ਸੋ ਪਹਿਲਾ ਜਿਹੜਾ ਪੁਆਇੰਟ ਹੈ ਇਹਦੇ ਵਿੱਚ ਉਹ ਹੈ ਡਿਸੀਜਨ ਮੇਕਿੰਗ ਡੈਮੋਕ੍ਰੈਟਿਕ ਪ੍ਰੋਸੀਜਰ ਦੇ ਵਿੱਚ ਹੁੰਦਾ ਆ, VOTING ਸਿਸਟਮ ਦੇ ਨਾਲ। ਸੋ ਜੋ ਵੀ ਮੈਜੋਰਿਟੀ ਡਿਸੀਜਨ ਲੈਂਦੀ ਹੈ, VOTING ਕਰਦੀ ਹੈ, ਸੋ ਉਹੀ ਡਿਸੀਜਨ ਇੰਪਲੀਮੈਂਟ ਹੁੰਦਾ ਆ। ਸੋ ਇਹ ਕੋਈ ਅਨਕਨਸਟੀਟਿਊਸ਼ਨਲ ਡਿਸੀਜਨ ਮੇਕਿੰਗ ਨਹੀਂ ਹੁੰਦਾ ਕਿ ਰਾਜੇ ਦੇ ਵਾਂਗੂ ਕਿਸੇ ਰਾਜੇ ਦਾ ਮੂਡ ਚੰਗਾ ਹੈ ਤਾਂ ਡਿਸੀਜਨ ਵਧੀਆ ਲੈ ਲਿਆ, ਜੇ ਮੂਡ ਨਹੀਂ ਚੰਗਾ ਤਾਂ ਡਿਸੀਜਨ ਵਧੀਆ ਨਹੀਂ ਲਿਆ। ਸੋ ਇਸ ਕਰਕੇ ਇਹ ਜਿਹੜਾ ਡਿਸੀਜਨ ਮੇਕਿੰਗ ਦਾ ਕੰਮ ਹੈ ਡੈਮੋਕ੍ਰੈਟਿਕ ਪ੍ਰੋਸੀਜਰ ਦੇ ਵਿੱਚ ਇਹਨੂੰ VOTING ਦੇ ਨਾਲ ਹੀ ਰੱਖਿਆ ਗਿਆ ਹੈ। ਸੋ ਸੈਕੰਡ ਹੈ ਰਾਈਟ ਟੂ ਰੂਲ ਦੇ ਵਿੱਚ ਲਾਅ ਡਿਫਾਈਨ ਕੀਤੇ ਗਏ ਨੇ ਕਿ ਸਟੇਟ ਦੇ ਕਿਹੜੇ ਰੂਲ ਨੇ, ਉਹਨਾਂ ਰੂਲਸ ਦੇ ਹਿਸਾਬ ਦੇ ਨਾਲ ਰੂਲ ਕੀਤਾ ਜਾਣਾ ਆ। ਸੋ ਇਹ ਜਿਹੜੇ ਹੁਣ ਲਾਅ ਬਣਾਉਣੇ ਨੇ ਸਟੇਟ ਦੇ, ਇਹ ਕਿੰਨੇ ਬਣਾਉਣੇ ਨੇ ਇਹ ਵੀ ਡਿਫਾਈਨ ਕੀਤਾ ਗਿਆ ਹੈ। ਰਾਈਟ ਟੂ ਫਰੇਮ ਲਾਜ਼, ਕਿ ਕੌਣ ਜਿਹੜਾ ਆ ਲਾਅ ਬਣਾਏਗਾ। ਸੋ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲੈਜਿਸਲੇਚਰ ਦਾ ਜ਼ਿਕਰ ਹੈ। ਸੋ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਕਿਹਨੂੰ ਦਿੱਤੀ ਗਈ ਹੈ, ਜਿਹੜੇ ਇਲੈਕਟਡ ਮੈਂਬਰਸ ਹੈ। ਜੇ ਅਸੈਂਬਲੀ ਦੀ ਗੱਲ ਕਰੀਏ ਤਾਂ MLAs, ਜੇ ਅਸੀਂ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਮੈਂਬਰ ਆਫ ਪਾਰਲੀਮੈਂਟਸ। ਸੋ ਲਾਅ ਬਣਾਉਣ ਵਾਸਤੇ ਵੀ ਰੂਲਸ ਫਰੇਮ ਕੀਤੇ ਗਏ ਨੇ। ਸੋ ਉਹ ਵੀ ਕਨਸਟੀਟਿਊਸ਼ਨ ਦੇ ਵਿੱਚ ਇਸੇ ਕਰਕੇ ਜ਼ਿਕਰ ਹੈ ਕਿ ਲੈਜਿਸਲੇਚਰ ਜਿਹੜੀ ਆ ਉਹ ਕਾਨੂੰਨ ਬਣਾਏਗੀ। ਸੋ ਫੋਰਥ ਹੈ ਇਲੈਕਸ਼ਨ ਐਂਡ VOTING, ਕਿ ਜਿਹੜੇ ਲੋਕ ਇਲੈਕਟ ਹੋ ਕੇ ਅੱਗੇ ਅਸੈਂਬਲੀ ਦੇ ਵਿੱਚ ਆਉਣਗੇ, ਜਿਨ੍ਹਾਂ ਨੇ ਅੱਗੇ ਕਾਨੂੰਨ ਬਣਾਉਣੇ ਨੇ, ਉਹਨਾਂ ਨੂੰ ਕਿਵੇਂ ਇਲੈਕਟ ਕੀਤਾ ਜਾਣਾ ਹੈ, ਡਾਇਰੈਕਟ VOTING ਹੋਏਗੀ ਜਾਂ ਇਨਡਾਇਰੈਕਟ VOTING ਹੋਏਗੀ। ਸੋ ਇਹ ਸਾਰਾ ਡਿਫਾਈਨ ਕਰਨ ਵਾਸਤੇ ਸਾਨੂੰ ਕਨਸਟੀਟਿਊਸ਼ਨ ਦੀ ਲੋੜ ਹੈ। ਸੋ ਇਹ ਵੀ ਸਾਰੀਆਂ ਡਿਫਾਈਨ ਚੀਜ਼ਾਂ ਕਨਸਟੀਟਿਊਸ਼ਨ ਦੇ ਵਿੱਚ ਹੀ ਕੀਤੀਆਂ ਜਾਂਦੀਆਂ ਨੇ। ਸੋ ਸਭ ਤੋਂ ਮੇਜਰ ਪੁਆਇੰਟ ਹੈ ਪਾਵਰ ਟੂ ਗਵਰਨ, ਕਿ ਜਿਹੜੀ ਪਾਵਰ ਮਿਲਣੀ ਹੈ ਗਵਰਨਮੈਂਟ ਨੂੰ ਗਵਰਨ ਕਰਨ ਵਾਸਤੇ, ਐਡਮਿਨਿਸਟ੍ਰੇਸ਼ਨ ਕਰਨ ਵਾਸਤੇ, ਉਹਨੂੰ ਕਿਵੇਂ ਡਿਵਾਈਡ ਕੀਤਾ ਜਾਣਾ ਹੈ। ਉਹਦੇ ਚ ਯੂਨਿਟਰੀ ਫਾਰਮ ਆਫ ਗਵਰਨਮੈਂਟ ਹੋਏਗੀ ਜਾਂ ਫੈਡਰਲ ਸਟਰਕਚਰ ਹੋਏਗਾ, ਕਿ ਪਾਵਰ ਜਿਹੜੀ ਹੈ ਸਟੇਟਸ ਨੂੰ ਡਿਵਾਈਡ ਕਰਕੇ ਦਿੱਤੀ ਜਾਏਗੀ, ਜਾਂ ਯੂਨਿਟਰੀ ਫਾਰਮ ਆਫ ਗਵਰਨਮੈਂਟ ਹੋਏਗੀ ਕਿ ਸੈਂਟਰਲ ਲੈਵਲ ਤੇ ਪਾਵਰ ਦਾ ਯੂਜ਼ ਕੀਤਾ ਜਾਏਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਨਸਟੀਟਿਊਸ਼ਨ ਦੇ ਵਿੱਚ ਡਿਫਾਈਨ ਹੁੰਦੀਆਂ ਨੇ। ਸੋ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਡਿਫਾਈਨ ਕੀਤਾ ਗਿਆ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਡਿਫਾਈਨ ਕਰਨ ਵਾਸਤੇ ਕਨਸਟੀਟਿਊਸ਼ਨ ਬਣਾਇਆ ਜਾਂਦਾ ਆ, ਤਾਂ ਕਿ ਇੰਡੀਆ ਦੇ ਵਿੱਚ ਕੋਈ ਵੀ ਗਵਰਨਮੈਂਟ ਆਵੇ ਆਫਟਰ ਇੰਡੀਪੈਂਡੈਂਸ, ਬ੍ਰਿਟਿਸ਼ ਰੂਲ ਤੋਂ ਬਾਅਦ ਕੋਈ ਵੀ ਗਵਰਨਮੈਂਟ ਆਵੇ, ਸੋ ਉਹ ਰੂਲ ਆਫ ਲਾਅ ਦੇ ਹਿਸਾਬ ਨਾਲ ਚੱਲੇ, ਨਾ ਕਿ ਆਪਣੇ ਮੂਡ ਦੇ ਹਿਸਾਬ ਨਾਲ ਕਿ ਅੱਜ ਮੂਡ ਚੰਗਾ ਹੈ ਤਾਂ ਕੰਮ ਵਧੀਆ ਕਰ ਦੋ, ਨਹੀਂ ਚੰਗਾ ਤਾਂ ਲੋਕਾਂ ਦੀ ਜਿਹੜੀ ਆ ਉਹ ਲੁੱਟ-ਖਸੁੱਟ ਕਰ ਲੋ। ਸੋ ਇਨ ਲੇਮਨ ਲੈਂਗੁਏਜ ਬੇਸਿਕ ਜਿਹੜੀ ਕਨਸਟੀਟਿਊਸ਼ਨ ਦੀ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਕਨਸਟੀਟਿਊਸ਼ਨ ਇੱਕ ਇਹੋ ਜਿਹਾ ਡਾਕੂਮੈਂਟ ਹੈ ਜਿਹਦੇ ਵਿੱਚ ਸਾਰੇ ਰੂਲਸ ਡਿਫਾਈਨ ਕੀਤੇ ਜਾਂਦੇ ਨੇ ਗਵਰਨੈਂਸ ਕਰਨ ਵਾਸਤੇ। ਸੋ ਕਨਸਟੀਟਿਊਸ਼ਨ ਦੀ ਡੈਫੀਨੇਸ਼ਨ ਦਾ ਸਾਨੂੰ ਸਮਝ ਆ ਗਈ ਕਿ ਕਨਸਟੀਟਿਊਸ਼ਨ ਕਿਉਂ ਬਣਾਇਆ ਜਾਂਦਾ ਹੈ, ਨੀਡ ਫॉर ਕਨਸਟੀਟਿਊਸ਼ਨ ਕੀ ਹੈ, ਕਿ ਸਾਰੇ ਲਾਅ ਜਿਹੜੇ ਨੇ, ਸਾਰੇ ਰੂਲ ਨੇ ਜਿਹੜੇ ਉਹ ਡਿਫਾਈਨ ਕਰਨੇ ਨੇ ਕਿ ਗਵਰਨੈਂਸ ਕਿਵੇਂ ਕੀਤੀ ਜਾਣੀ ਹੈ। ਸੋ ਇਹ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਸੈਂਟਰਲ ਹਾਲ ਦੇ ਵਿੱਚੋਂ ਲਈ ਗਈ ਹੈ, ਪਾਰਲੀਮੈਂਟ ਦੇ ਸੈਂਟਰਲ ਹਾਲ ਦੇ ਵਿੱਚੋਂ। ਪਾਰਲੀਮੈਂਟ ਦੇ ਵਿੱਚ 3 ਸੈਕਸ਼ਨ ਨੇ, ਇੱਕ ਦੇ ਵਿੱਚ ਲੋਕ ਸਭਾ ਬੈਠਦੀ ਹੈ, ਇੱਕ ਦੇ ਵਿੱਚ ਰਾਜ ਸਭਾ ਬੈਠਦੀ ਹੈ, ਤੇ ਤੀਜਾ ਜਿਹੜਾ ਹੈ ਉਹ ਸੈਂਟਰਲ ਹਾਲ ਹੈ। ਸੋ ਸੈਂਟਰਲ ਹਾਲ ਦੇ ਵਿੱਚ ਸਾਰੀਆਂ ਡਿਬੇਟਸ ਹੋਈਆਂ ਨੇ, ਸਾਰੀਆਂ ਡਿਸਕਸ਼ਨਸ ਹੋਈਆਂ ਨੇ ਕਨਸਟੀਟਿਊਸ਼ਨ ਨੂੰ ਬਣਾਉਣ ਵਾਸਤੇ। ਸੋ ਇੱਥੇ ਇਨਸਕ੍ਰਾਈਬ ਕਰਕੇ ਲਿਖਿਆ ਵੀ ਗਿਆ ਹੈ ਕਿ ਕਨਸਟੀਟਿਊਐਂਟ ਅਸੈਂਬਲੀ ਆਫ ਇੰਡੀਆ ਮੈਟ ਇਨ ਦਿਸ ਹਾਲ December 9, 1946 to January 24, 1950। ਤੇ ਜਨਵਰੀ 26 ਨੂੰ ਜਿਹੜਾ ਕਨਸਟੀਟਿਊਸ਼ਨ ਸੀ ਉਹ ਅਡਾਪਟ ਕਰ ਲਿਆ ਗਿਆ ਸੀ ਇੰਡੀਆ ਵੱਲੋਂ, ਇਸੇ ਕਰਕੇ 26 ਜਨਵਰੀ ਨੂੰ ਰਿਪਬਲਿਕ ਡੇ ਮਨਾਇਆ ਜਾਂਦਾ ਹੈ। ਸੋ ਜਿਹੜਾ ਰਿਪਬਲਿਕ ਵਰਡ ਦੀ ਅਸੀਂ ਸ਼ੁਰੂ ਤੋਂ ਡਿਸਕਸ਼ਨ ਕਰਦੇ ਆ ਰਹੇ ਹਾਂ ਕਿ ਸਾਡਾ ਜਿਹੜਾ ਐਂਸ਼ੀਅੰਟ ਟਾਈਮ ਤੋਂ ਰਿਪਬਲਿਕ ਚੱਲਦਾ ਆ ਰਿਹਾ ਤੇ ਉਹਦੇ ਨਾਲ ਹੀ ਗਵਰਨੈਂਸ ਰਿਲੇਟਡ ਆ। ਸੋ ਇਸੇ ਕਰਕੇ ਜਿਹੜਾ ਕਨਸਟੀਟਿਊਸ਼ਨ ਅਡਾਪਟ ਕੀਤਾ ਸੀ ਇੰਡੀਆ ਨੇ, ਉਸ ਡੇ ਨੂੰ ਅਸੀਂ ਰਿਪਬਲਿਕ ਡੇ ਦੇ ਵਜੋਂ ਮਨਾਉਂਦੇ ਆ। ਸੋ ਰਿਪਬਲਿਕ ਜਿਹੜਾ ਵਰਡ ਹੈ ਇੱਥੇ ਬਹੁਤ ਇੰਪੋਰਟੈਂਟ ਹੈ, ਜਿਹੜਾ ਡਿਫਾਈਨ ਕਰਦਾ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਗਵਰਨਮੈਂਟ ਹੋਏਗੀ ਉਹ ਕਿਸ ਨੇਚਰ ਦੀ ਹੋਏਗੀ। ਸੋ ਇੰਡੀਆ ਜਿਹੜਾ ਆ ਉਹ ਫੈਡਰਲ ਰਿਪਬਲਿਕ ਹੈ। ਜੇ ਹੋਰ ਵੀ ਅਸੀਂ ਕੰਟਰੀਆਂ ਦੇਖੀਏ ਜਿਹੜੀਆਂ ਫੈਡਰਲ ਰਿਪਬਲਿਕ ਨੇ, ਸੋ ਉਹਨਾਂ ਦੇ ਵੀ ਕਨਸਟੀਟਿਊਸ਼ਨ ਨੇ, ਜਿਵੇਂ ਜਰਮਨੀ ਦਾ ਕਨਸਟੀਟਿਊਸ਼ਨ ਹੈ, ਚਾਈਨਾ ਦਾ ਵੀ ਕਨਸਟੀਟਿਊਸ਼ਨ ਹੈ, ਆਸਟ੍ਰੇਲੀਆ ਦਾ ਕਨਸਟੀਟਿਊਸ਼ਨ ਹੈ, ਅਮਰੀਕਾ ਦਾ ਕਨਸਟੀਟਿਊਸ਼ਨ ਹੈ ਰਿਟਨ ਕਨਸਟੀਟਿਊਸ਼ਨ। ਇੱਥੇ ਬ੍ਰਿਟਿਸ਼ ਕਨਸਟੀਟਿਊਸ਼ਨ ਦੀ ਅਸੀਂ ਗੱਲ ਤਾਂ ਨਹੀਂ ਕਰ ਰਹੇ ਕਿਉਂਕਿ ਬ੍ਰਿਟਿਸ਼ ਕਨਸਟੀਟਿਊਸ਼ਨ ਜਿਹੜਾ ਹੈ ਉਹ ਰਿਟਨ ਕਨਸਟੀਟਿਊਸ਼ਨ ਨਹੀਂ ਹੈ। ਸੋ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ ਇਹਦੇ ਵਿੱਚ ਬਹੁਤ ਸਾਰੀਆਂ ਕੰਟਰੀਜ਼ ਦੇ ਕਨਸਟੀਟਿਊਸ਼ਨ ਤੋਂ ਰੈਫਰੈਂਸਸ ਲੈ ਕੇ ਬਣਾਇਆ ਗਿਆ ਆ। ਸੋ ਕਿਹੜੀ ਕੰਟਰੀ ਦੇ ਕਨਸਟੀਟਿਊਸ਼ਨ ਤੋਂ ਕਿਹੜਾ ਪੁਆਇੰਟ ਅਡਾਪਟ ਕੀਤਾ ਗਿਆ ਆ ਉਹ ਅਸੀਂ ਡਿਸਕਸ਼ਨ ਬਾਅਦ ਚ ਕਰਾਂਗੇ। ਬਟ ਬੇਸਿਕ ਜਿਹੜੀ ਚੀਜ਼ ਹੈ ਕਿ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹਦਾ ਨਾਮ ਕਨਸਟੀਟਿਊਸ਼ਨ ਜਿਹੜਾ ਹੈ ਉਹ ਅਮਰੀਕਨ ਕਨਸਟੀਟਿਊਸ਼ਨ ਤੋਂ ਅਡਾਪਟ ਕੀਤਾ ਗਿਆ ਹੈ, ਤੇ ਜਿਹੜੇ ਉਹਦੇ ਆਪਰੇਸ਼ਨਸ ਤੇ ਫੰਕਸ਼ਨਸ ਨੇ ਉਹ ਬ੍ਰਿਟਿਸ਼ ਕਨਸਟੀਟਿਊਸ਼ਨ ਤੋਂ ਅਡਾਪਟ ਕੀਤੇ ਗਏ ਨੇ ਕਿਉਂਕਿ ਬ੍ਰਿਟਿਸ਼ ਨੇ ਇੰਡੀਆ ਤੇ ਕਾਫੀ ਚਿਰ ਰਾਜ ਕੀਤਾ ਆ।
ਸੋ ਬ੍ਰਿਟਿਸ਼ ਦਾ ਜਿਹੜਾ ਇੰਪੈਕਟ ਹੈ ਉਹ ਕਨਸਟੀਟਿਊਸ਼ਨ ਤੇ ਆਇਆ ਸਾਡੇ। ਸੋ ਬ੍ਰਿਟਿਸ਼ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਬੋਰੋ ਕੀਤੀਆਂ ਗਈਆਂ ਨੇ ਇਸ ਕਨਸਟੀਟਿਊਸ਼ਨ ਦੇ ਵਿੱਚ। ਸੋ ਜੇ ਅਸੀਂ ਨੇਚਰ ਦੀ ਗੱਲ ਕਰੀਏ ਇੰਡੀਅਨ ਕਨਸਟੀਟਿਊਸ਼ਨ ਦੀ ਤਾਂ ਇਹ ਹੈ ਪਾਰਲੀਮੈਂਟਰੀ ਡੈਮੋਕ੍ਰੇਸੀ। ਅਸੀਂ ਇਸ ਵੀਡੀਓ ਦੇ ਸ਼ੁਰੂ ਵਿੱਚ ਪਿਓਰ ਡੈਮੋਕ੍ਰੇਸੀ ਦੀ ਗੱਲ ਕੀਤੀ ਸੀ ਜਿਹਦੇ ਵਿੱਚ ਸਾਰੇ ਅਡਲਟ ਪਾਰਟਿਸਿਪੇਟ ਕਰਦੇ ਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ। ਸੋ ਇੰਡੀਆ ਆ ਪਾਰਲੀਮੈਂਟਰੀ ਡੈਮੋਕ੍ਰੇਸੀ, ਇਹਦੇ ਵਿੱਚ ਇਲੈਕਟ ਕਰਕੇ ਮੈਂਬਰ ਪਾਰਲੀਮੈਂਟ ਦੇ ਵਿੱਚ ਭੇਜੇ ਜਾਂਦੇ ਨੇ ਜਿਹੜੇ ਅੱਗੇ ਡਿਸਕਸ਼ਨ ਕਰਕੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਸੋ ਇਹ ਪਿਓਰ ਫਾਰਮ ਆਫ ਡੈਮੋਕ੍ਰੇਸੀ ਨਹੀਂ ਹੈ ਬਟ ਇਹ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹ ਸਾਨੂੰ ਰਿਪਰੈਜ਼ੈਂਟ ਕਰਦੇ ਨੇ ਅੱਗੇ ਪਾਰਲੀਮੈਂਟ ਦੇ ਵਿੱਚ ਜਾ ਕੇ। ਸੈਕੰਡ ਹੈ ਰਿਪਬਲਿਕ ਵਿਦ ਫੈਡਰਲ ਸਟਰਕਚਰ। ਸੋ ਫੈਡਰਲ ਸਟਰਕਚਰ ਹੈ ਕਿ ਸੈਂਟਰ ਹੈ, ਉਸ ਤੋਂ ਬਾਅਦ ਸਟੇਟਸ ਨੇ ਇੰਡੀਆ ਦੇ ਵਿੱਚ। ਸੈਂਟਰ ਕੋਲ ਆਪਣੀਆਂ ਪਾਵਰਸ ਨੇ, ਸਟੇਟ ਦੀਆਂ ਪਾਵਰਸ ਆਪਣੀਆਂ ਡਿਫਾਈਨ ਕੀਤੀਆਂ ਗਈਆਂ ਨੇ ਕਿ ਕਿਹੜੇ ਸਬਜੈਕਟ ਦੇ ਉੱਪਰ ਜਿਹੜੇ ਆ ਕਾਨੂੰਨ ਸੈਂਟਰ ਬਣਾ ਸਕਦਾ ਹੈ, ਕਿਹੜੇ ਸਬਜੈਕਟ ਦੇ ਉੱਪਰ ਕਾਨੂੰਨ ਸਟੇਟਸ ਬਣਾ ਸਕਦੀਆਂ ਨੇ। ਸੋ ਇਹ ਸਾਰਾ ਡਿਫਾਈਨ ਕੀਤਾ ਗਿਆ ਹੈ। ਸੋ ਇੱਕ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ ਤੇ ਰਿਪਬਲਿਕ ਵਿਦ ਫੈਡਰਲ ਸਟਰਕਚਰ ਹੈ। ਸੋ ਇੰਡੀਅਨ ਕਨਸਟੀਟਿਊਸ਼ਨ ਦੇ ਤਿੰਨ ਆਰਗਨਸ ਨੇ। ਪਹਿਲਾ ਹੈ ਐਗਜ਼ੈਕਟਿਵ, ਸੈਕੰਡ ਹੈ ਲੈਜਿਸਲੇਚਰ, ਥਰਡ ਹੈ ਜੁਡੀਸ਼ਰੀ। ਸੋ ਤਿੰਨ ਆਰਗਨਸ ਨੇ ਜਿਹੜੀਆਂ ਕਿ ਫੰਕਸ਼ਨ ਕਰਦੀਆਂ ਨੇ ਫॉर ਗਵਰਨੈਂਸ। ਸੋ ਜੇ ਫੀਚਰਸ ਦੀ ਗੱਲ ਕਰੀਏ ਤਾਂ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈ ਵਰਲਡ ਦਾ ਲਾਰਜੈਸਟ ਰਿਟਨ ਕਨਸਟੀਟਿਊਸ਼ਨ ਹੈ ਜਿਹਦੇ 251 ਪੇजेस ਨੇ ਤੇ ਵਰਲਡ ਦਾ ਮੋਸਟ ਡਿਟੇਲਡ ਜਿਹੜਾ ਕਨਸਟੀਟਿਊਸ਼ਨ ਹੈ। ਇੰਡੀਅਨ ਕਨਸਟੀਟਿਊਸ਼ਨ ਨੂੰ ਡਿਵਾਈਡ ਕੀਤਾ ਗਿਆ ਹੈ 395 ਆਰਟੀਕਲਸ, 22 ਪਾਰਟਸ ਤੇ 12 ਸ਼ਡਿਊਲਸ ਦੇ ਵਿੱਚ। ਹੁਣ ਤੱਕ ਇੰਡੀਅਨ ਕਨਸਟੀਟਿਊਸ਼ਨ ਨੂੰ 104 ਵਾਰੀ ਅਮੈਂਡ ਕੀਤਾ ਗਿਆ ਹੈ। ਸੋ ਇਹਦੇ ਵਿੱਚ ਪ੍ਰੋਵੀਜ਼ਨਸ ਰੱਖੇ ਗਏ ਨੇ ਕਿ ਟਾਈਮ ਦੇ ਨਾਲ ਜਿਹੜੀ ਚੀਜ਼ ਨੂੰ ਅਪਡੇਟ ਕਰਨ ਦੀ ਲੋੜ ਹੈ ਉਹਨੂੰ ਅਮੈਂਡ ਕੀਤਾ ਜਾ ਸਕਦਾ ਹੈ। ਸੋ ਹੁਣ ਤੱਕ 104 ਵਾਰੀ ਅਮੈਂਡ ਕੀਤਾ ਗਿਆ ਹੈ। 104th ਜਿਹੜੀ ਅਮੈਂਡਮੈਂਟ ਹੈ ਉਹ ਰੀਸੈਂਟ ਅਮੈਂਡਮੈਂਟ ਹੋਈ ਹੈ ਜਿਹਦੇ ਵਿੱਚ SC ST ਨੂੰ ਜਿਹੜੀ ਰਿਜ਼ਰਵੇਸ਼ਨ ਹੈ ਉਹ 70 ਸਾਲ ਦੀ ਬਜਾਏ 80 ਸਾਲ ਵਾਸਤੇ ਐਕਸਟੈਂਡ ਕਰ ਦਿੱਤੀ ਗਈ ਹੈ ਤੇ ਨਾਲ ਹੀ ਜਿਹੜੀ ਐਂਗਲੋ ਇੰਡੀਅਨਸ ਵਾਸਤੇ ਰਿਜ਼ਰਵੇਸ਼ਨ ਰੱਖੀ ਗਈ ਸੀ ਪਾਰਲੀਮੈਂਟ ਦੇ ਵਿੱਚ ਉਹਨੂੰ ਖਤਮ ਕਰ ਦਿੱਤਾ ਗਿਆ ਹੈ। ਸੋ ਇਹ ਜਿਹੜੀ ਹੈ ਰੀਸੈਂਟ ਅਮੈਂਡਮੈਂਟ ਸੀ ਕਨਸਟੀਟਿਊਸ਼ਨ ਦੇ ਵਿੱਚ। ਸੋ ਕਈ ਅਮੈਂਡਮੈਂਟਸ ਇਹਨਾਂ ਦੇ ਵਿੱਚੋਂ ਬਹੁਤ ਹੀ ਮੇਜਰ ਸੀ ਜਿਵੇਂ 42nd ਅਮੈਂਡਮੈਂਟ ਜਿਹਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ ਸੀ ਤੇ ਇਦਾਂ ਲੱਗਦਾ ਸੀ ਇੱਕ ਨਵਾਂ ਕਨਸਟੀਟਿਊਸ਼ਨ ਹੀ ਫਿਰ ਤੋਂ ਲਿਆਂਦਾ ਗਿਆ ਹੈ। ਸੋ ਜਿਹੜਾ origignal ਇੰਡੀਅਨ ਕਨਸਟੀਟਿਊਸ਼ਨ ਹੈ ਉਹ ਕੰਪਲੀਟਲੀ ਹੈਂਡ ਰਿਟਨ ਹੈ ਤੇ ਡਿਜ਼ਾਈਨਡ ਹੈ। ਜਿਹੜਾ ਇਹਦਾ ਡਿਜ਼ਾਈਨ ਹੈ ਬਾਰਡਰਸ ਦੇ ਡਿਜ਼ਾਈਨ ਕੀਤੇ ਗਏ ਨੇ ਉਹ ਕੀਤੇ ਗਏ ਨੇ ਸ਼੍ਰੀ ਨੰਦ ਲਾਲ ਬੋਸ ਵੱਲੋਂ ਜਿਨ੍ਹਾਂ ਦੇ ਵਿੱਚੋਂ ਕਿ ਮਾਡਰਨ ਇੰਡੀਅਨ ਆਰਟ ਦੀ ਝਲਕ ਆਉਂਦੀ ਹੈ। ਹਰ ਇੱਕ ਪੇਜ ਦਾ ਬਾਰਡਰ ਜਿਹੜਾ ਹੈ ਉਹ ਡਿਫਰੈਂਟਲੀ ਡਿਜ਼ਾਈਨ ਕੀਤਾ ਗਿਆ ਹੈ ਤੇ ਜਿਹੜੇ ਪੇਜ ਯੂਜ਼ ਕੀਤੇ ਗਏ ਨੇ ਇੰਡੀਅਨ ਕਨਸਟੀਟਿਊਸ਼ਨ ਨੂੰ ਲਿਖਣ ਵਾਸਤੇ ਉਹਨਾਂ ਦੀ ਏਜ ਜਿਹੜੀ ਹੈ ਉਹ 1000 ਇਅਰਸ ਹੈ ਤਾਂ ਕਿ ਉਹ ਖਰਾਬ ਨਾ ਹੋ ਸਕੇ ਤੇ ਲੰਮੇ ਟਾਈਮ ਤੱਕ ਇਹਨੂੰ ਪ੍ਰੀਜ਼ਰਵ ਕਰਕੇ ਰੱਖਿਆ ਜਾ ਸਕੇ। ਸੋ ਜੇ ਕਨਸਟੀਟਿਊਐਂਟ ਅਸੈਂਬਲੀ ਦੀ ਗੱਲ ਕਰੀਏ ਤਾਂ ਇਹ ਬਣਾਈ ਗਈ ਸੀ ਟੂ ਡਰਾਫਟ ਦਾ ਕਨਸਟੀਟਿਊਸ਼ਨ ਆਫ ਇੰਡੀਆ। ਇਹ ਬਣਾਈ ਗਈ ਸੀ 1946 ਦੇ ਵਿੱਚ ਅੰਡਰ ਦਾ ਲੀਡਰਸ਼ਿਪ ਆਫ ਡਾਕਟਰ ਰਾਜਿੰਦਰ ਪ੍ਰਸਾਦ। ਇਸ ਕਨਸਟੀਟਿਊਐਂਟ ਅਸੈਂਬਲੀ ਨੇ ਆਲਮੋਸਟ 3 ਸਾਲ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਦਾ ਡਰਾਫਟ ਤਿਆਰ ਕੀਤਾ ਸੀ। ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ 299 ਮੈਂਬਰ ਸੀ ਇਲੈਕਟ ਕੀਤੇ ਗਏ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚੋਂ ਜਿਹਨੂੰ ਅੱਜਕੱਲ ਸਟੇਟ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਆ। ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਆਪਣੀਆਂ 13 ਇੰਟਰਨਲ ਜਿਹੜੀਆਂ ਕਮੇਟੀ ਸੀ ਉਹਦੇ ਵਿੱਚ ਸਭ ਤੋਂ ਫੇਮਸ ਸੀ ਡਰਾਫਟਿੰਗ ਕਮੇਟੀ ਜਿਹਦੇ ਕੇ ਚੇਅਰਮੈਨ ਸੀ ਡਾਕਟਰ ਭੀਮ ਰਾਓ ਅੰਬੇਦਕਰ। ਇਸੇ ਕਰਕੇ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ। ਸੋ ਇਸ ਤੋਂ ਬਾਅਦ ਹੈ ਐਸੈਂਸ਼ੀਅਲ ਫੀਚਰਸ ਆਫ ਦਾ ਕਨਸਟੀਟਿਊਸ਼ਨ ਜਿਹਦੀ ਕਿ ਅਸੀਂ ਗੱਲ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਦ ਪ੍ਰੈਂਬਲ ਬਾਰੇ, ਫੰਡਾਮੈਂਟਲ ਰਾਈਟਸ ਬਾਰੇ, ਫੰਡਾਮੈਂਟਲ ਡਿਊਟੀਜ਼ ਬਾਰੇ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਬਾਰੇ। ਅਸੀਂ ਤਿੰਨ ਆਰਗਨਸ ਬਾਰੇ ਗੱਲ ਕਰਾਂਗੇ ਇੰਡੀਅਨ ਕਨਸਟੀਟਿਊਸ਼ਨ ਦੇ ਜਿਹੜੇ ਸਨ ਐਗਜ਼ੈਕਟਿਵ, ਲੈਜਿਸਲੇਚਰ, ਜੁਡੀਸ਼ਰੀ ਤੇ ਨਾਲ ਹੀ ਕੁਝ ਕਨਸਟੀਟਿਊਸ਼ਨਲ ਬਾਡੀਜ਼ ਬਾਰੇ ਗੱਲ ਕਰਾਂਗੇ ਜਿਵੇਂ ਕਿ UPSC ਇਲੈਕਸ਼ਨ ਕਮਿਸ਼ਨ ਹੈ, CAG ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਟੇਟਸ ਬਾਰੇ। ਸਟੇਟ ਦੇ ਵਿੱਚ ਉਹ ਤਿੰਨੇ ਆਰਗਨਸ ਕਿਵੇਂ ਕੰਮ ਕਰਦੇ ਨੇ, ਸਟੇਟ ਦੇ ਵਿੱਚ ਐਗਜ਼ੈਕਟਿਵ, ਲੈਜਿਸਲੇਟਿਵ ਤੇ ਜੁਡੀਸ਼ਰੀ ਕਿਵੇਂ ਕੰਮ ਕਰਦੀ ਹੈ ਤੇ ਜਿਹੜਾ ਮੋਸਟ ਇੰਪੋਰਟੈਂਟ ਹੈ ਯੂਨੀਅਨ ਤੇ ਸਟੇਟਸ ਦਾ ਜਿਹੜਾ ਰਿਲੇਸ਼ਨ ਹੈ ਉਹਦੇ ਬਾਰੇ ਗੱਲ ਕਰਾਂਗੇ ਕਿ ਕਿਵੇਂ ਪਾਵਰਸ ਡਿਵਾਈਡ ਕੀਤੀਆਂ ਗਈਆਂ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ। ਸੋ ਇਹ ਸਾਰਾ ਕੁਝ ਅਸੀਂ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ। ਸੋ ਸਟੇ ਟਿਊਨ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ ਵੈਰੀ ਮਚ।